ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਇੱਕ ਮਾਈਆ ਨਾਮੀ ਸਿੱਖ ਸੁਹੰਡ ਪਿੰਡ ਵਿੱਚ ਰਹਿੰਦਾ ਸੀ। ਉਹ ਨਿਤ ਸਤਸੰਗਤ ਵਿੱਚ ਜਾਂਦਾ ਸੀ। ਬੜੇ ਪ੍ਰੇਮ ਨਾਲ, ਬੜਾ ਭੈ ਧਾਰ ਕੇ ਪ੍ਰੇਮ ਭਗਤੀ ਨਾਲ ਗੁਰੂ ਦੇ ਸ਼ਬਦਾਂ ਨਾਲ ਗਾਇਨ ਕਰਦਾ ਸੀ। ਉਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਇਆ ਅਤੇ ਚਰਨ ਕਮਲਾਂ 'ਤੇ ਮੱਥਾ ਟੇਕਿਆ। ਕਈ ਦਿਨ ਰਹਿ ਕੇ ਪੁੱਛਣ ਲੱਗਾ, ਹੇ ਨਿਪੁੰਨ ਗੁਰੂ ਜੀ, ਮੈਨੂੰ ਦੱਸੋ, ਸਤ ਸੰਗਤ ਜਾਂ ਗੁਰੂ ਦੇ ਦਰਬਾਰ ਵਿੱਚ ਕਈ ਤਾਂ ਕਾਮਨਾ ਧਾਰ ਕੇ ਜਾਂਦੇ ਹਨ ਅਤੇ ਗੁਜ਼ਾਰਾ ਕਰਨ ਵਾਸਤੇ ਪਦਾਰਥ ਪ੍ਰਾਪਤ ਕਰਦੇ ਹਨ ਅਤੇ ਉਸੇ ਨਾਲ ਖਾਣ ਪੀਣ ਕਰਦੇ ਹਨ। ਕਈ ਸਿੱਖ ਧਰਮ ਦੀ ਕਮਾਈ ਕਰਕੇ ਸਿੱਖਾਂ ਨੂੰ ਵਰਤਾ ਕੇ ਫਿਰ ਭੋਜਨ ਕਰਦੇ ਹਨ। ਜਿਹੜੇ ਕਾਮਨਾ ਸਹਿਤ ਹਨ ਅਤੇ ਜਿਹੜੇ ਨਿਸ਼ਕਾਮ ਹਨ, ਉਹ ਦੋਵੇਂ ਵੇਲੇ ਕੀਰਤਨ ਕਰਦੇ ਅਤੇ ਸੁਣਦੇ ਹਨ। ਸਤ ਸੰਗਤ ਵਿੱਚ ਰਹਿ ਕੇ ਉਮਰ ਬਤੀਤ ਕਰਦੇ ਹਨ ਅਤੇ ਸਦਾ ਆਪ ਜੀ ਦੇ ਦਰਸ਼ਨ ਕਰਦੇ ਹਨ। ਇਹਨਾਂ ਦੀ ਅੱਗੇ ਜਾ ਕੇ ਕੀ ਹਾਲਤ ਹੁੰਦੀ ਹੈ? ਇਹ ਜੋ ਫਲ ਪਾਉਂਦੇ ਹਨ, ਤਿੰਨਾਂ ਵਿੱਚ ਕਿੰਨਾ ਕੁ ਫਰਕ ਹੈ? ਸ਼੍ਰੀ ਹਰਗੋਬਿੰਦ ਜੀ ਨੇ ਤਦ ਸੁਣਾਇਆ, ਸਤ ਸੰਗਤ ਵਿੱਚ ਦੋਵੇਂ ਆਉਂਦੇ ਹਨ। ਜਿਹੜਾ ਕਾਮਨਾ ਸਹਿਤ ਆਉਂਦਾ ਹੈ, ਉਹ ਮਰ ਕੇ ਗੰਧਰਵ ਲੋਕ ਵਿੱਚ ਜਾਂਦਾ ਹੈ ਅਤੇ ਉੱਥੇ ਜਾ ਕੇ ਦੁੱਖ ਰਹਿਤ ਹੋ ਕੇ ਆਨੰਦ ਭੁਗਤਦਾ ਹੈ। ਉਹਨਾਂ ਦੇ ਨਾਲ ਹੀ ਮੁਕਤ ਹੋ ਜਾਏਗਾ, ਜਨਮ ਮਰਨ ਦਾ ਦੁੱਖ ਨਹੀਂ ਪਾਏਗਾ। ਜਿਹੜਾ ਨਿਸ਼ਕਾਮੀ ਹੈ, ਉਹ ਗਿਆਨ ਪ੍ਰਾਪਤ ਕਰੇਗਾ, ਜਗਤ ਨੂੰ ਝੂਠਾ ਸਮਝ ਕੇ ਸਭ ਨੂੰ ਸੁੱਖ ਦੇਵੇਗਾ। ਸਰੀਰ ਨੂੰ ਪ੍ਰਾਪਤ ਕਰਨ ਵਾਲਾ ਜਦ ਕਰਮ ਪੂਰਾ ਹੋਇਆ ਤਾਂ ਪ੍ਰਾਣ ਛੱਡ ਦਿੱਤੇ ਅਤੇ ਅਜਿਹਾ ਵਿਅਕਤੀ ਵਾਹਿਗੁਰੂ ਵਿੱਚ ਵਿਲੀਨ ਹੋ ਜਾਏਗਾ। ਸਭ ਤੋਂ ਵੱਡਾ ਨਿਸ਼ਕਾਮੀ ਹੀ ਹੈ। ਹੁਣ ਦੂਸਰੀ ਵਿਧੀ ਦੇ ਕਾਮਨਾ ਵਾਲਿਆਂ ਨੂੰ ਜਾਣੋ। ਕਈ ਤਨ ਦਾ ਨਿਰਵਾਹ ਕਰਨ ਵਾਸਤੇ ਹੀ ਲੈਂਦੇ ਹਨ। ਬਿਨਾਂ ਮੰਗੇ ਜੋ ਪ੍ਰੇਮ ਨਾਲ ਕੋਈ ਦੇਵੇ ਸੋ ਲੈ ਲੈਂਦੇ ਹਨ। ਸੋ ਲੈ ਕੇ ਉਹ ਦਿਲ ਵਿੱਚ ਬਹੁਤ ਪ੍ਰਸੰਨ ਹੁੰਦੇ ਹਨ। ਸਮਝਦੇ ਹਨ ਕਿ ਵਾਹਿਗੁਰੂ ਨੇ ਆਪ ਸਾਡੇ ਪਾਸ ਭੇਜੇ ਹਨ। ਜਿਹੜੇ ਪ੍ਰਾਪਤ ਕਰਕੇ ਵਰਤਾ ਕੇ ਖਾਂਦੇ ਹਨ, ਕੀਰਤਨ ਕਥਾ ਦਾ ਮੁਕਤੀ ਵਾਸਤੇ ਗਾਇਨ ਕਰਦੇ ਹਨ। ਜੇ ਥੋੜ੍ਹੇ ਬਹੁਤੇ ਪਦਾਰਥ ਪਾਉਂਦਾ ਹੈ ਤਾਂ ਸੰਤੋਖ ਕਰਕੇ ਸਦਾ ਪ੍ਰਸੰਨ ਰਹਿੰਦਾ ਹੈ। ਇਸ ਤਰ੍ਹਾਂ ਵੀ ਨਿਸ਼ਕਾਮ ਵਰਗਾ ਹੀ ਰਹਿੰਦਾ ਹੈ। ਜਿਹੜਾ ਪਦਾਰਥ ਲੋਭ ਕੀਤੇ ਬਗੈਰ ਹੀ ਪ੍ਰਾਪਤ ਹੋ ਜਾਏ, ਪਰ ਜਿਹੜਾ ਪ੍ਰਾਪਤ ਕਰਨ ਦੀ ਖੁਆਇਸ਼ ਰੱਖਦਾ ਹੈ, ਉਹ ਗੰਧਰਵਪੁਰੀ ਵਿੱਚ ਹੀ ਜਾਂਦਾ ਹੈ। ਜੇ ਧਨ ਦਾ ਅਤੀ ਲੋਭੀ ਹੋਵੇ, ਕੀਰਤਨ ਕਰਦਾ ਹੈ ਪਰ ਮਨ ਵਿੱਚ ਨਹੀਂ ਲਾਉਂਦਾ, ਕਥਾ ਦਾ ਉਚਾਰਨ ਕਰਦਾ ਹੈ ਅਤੇ ਸ਼ੁਭ ਕਰਮ ਵੀ ਧਨ ਦੀ ਖਾਤਰ ਕਰਦਾ ਹੈ, ਉਸ ਦਾ ਭਰਮ ਜਾਂਦਾ ਨਹੀਂ। ਇੱਥੇ ਜਿਹੜੇ ਪਦਾਰਥ ਚਾਹੁੰਦਾ ਹੈ ਸੋ ਪ੍ਰਾਪਤ ਕਰਦਾ ਹੈ, ਧਨ ਖਾਤਰ ਸੰਗਤ ਵਿੱਚ ਮਿਲਿਆ ਰਹਿੰਦਾ ਹੈ। ਅਜਿਹਾ ਵਿਅਕਤੀ ਮਰ ਕੇ ਫਿਰ ਮਨੁੱਖਾ ਸਰੀਰ ਪਾਉਂਦਾ ਹੈ, ਫਿਰ ਸਤਿਗੁਰੂ ਦਾ ਬਹੁਤ ਸਿਮਰਨ ਕਰਦਾ ਹੈ, ਅਨੇਕਾਂ ਜਨਮ ਪਾ ਕੇ ਮੈਲ ਗਵਾਉਂਦਾ ਹੈ, ਅੰਤ ਵਿੱਚ ਨਿਸ਼ਕਾਮ ਹੋ ਕੇ ਹੀ ਮੁਕਤੀ ਪ੍ਰਾਪਤ ਕਰਦਾ ਹੈ। ਇਸ ਲਈ ਤੁਸੀਂ ਨਿਸ਼ਕਾਮ ਬਣ ਕੇ ਕੀਰਤਨ ਅਤੇ ਸਤਨਾਮ ਦਾ ਸਿਮਰਨ ਕਰੋ। ਉਸ ਸਿੱਖ ਨੇ ਗੁਰੂ ਜੀ ਤੋਂ ਉਪਦੇਸ਼ ਸੁਣ ਕੇ ਹਿਰਦੇ ਵਿੱਚ ਧਾਰਨ ਕੀਤਾ। ਉਸ ਦਾ ਜਨਮ ਮਰਨ ਦਾ ਕਸ਼ਟ ਦੂਰ ਹੋ ਗਿਆ। ਇਸੇ ਤਰ੍ਹਾਂ ਗੁਰੂ ਜੀ ਕੋਲ ਇੱਕ ਚੂਹੜ ਨਾਮੀ ਸਿੱਖ ਆਇਆ, ਜਿਹੜਾ ਕਿ ਬੜਾ ਗੁਣਵਾਨ ਸੀ। ਉਹ ਲਖਨਊ ਨਗਰ ਵਿੱਚ ਰਹਿੰਦਾ ਸੀ। ਉੱਠਦਾ ਬੈਠਦਾ, ਲੰਮਾ ਪਿਆ, ਚੱਲਦਾ ਹੋਇਆ, ਕੰਮ ਕਰਦਾ ਹੋਇਆ ਸਦਾ ਹੀ ਸਤਨਾਮ ਨੂੰ ਸੰਭਾਲ ਕੇ ਰੱਖਦਾ ਸੀ। ਉਹ ਚੱਲ ਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਚਰਨ ਕਮਲਾਂ 'ਤੇ ਬੰਦਨਾ ਕਰਕੇ ਸਿਰ ਨਿਵਾਇਆ। ਕਈ ਦਿਨ ਦਰਸ਼ਨਾਂ ਵਾਸਤੇ ਉੱਥੇ ਹੀ ਠਹਿਰਿਆ। ਇੱਕ ਦਿਨ ਸਤਿਗੁਰੂ ਜੀ ਨੂੰ ਕਹਿਣ ਲੱਗਾ, ਸਿੱਖੀ ਵੇਲ ਦਾ ਮੂਲ ਕੀ ਹੈ? ਰੂਪ ਦਾ ਵਰਣਨ ਕਰੋ, ਜਿਵੇਂ ਸਭ ਪ੍ਰਾਪਤ ਕਰਨ। ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਕਿਹਾ, ਮਨ ਨੂੰ ਜਿਹੜਾ ਸਿਮਰ ਕਰਦੇ ਹਾਂ ਉਹ ਖੇਤ ਹੈ। ਗੁਰੂ ਸ਼ਰਧਾ ਉਸ ਖੇਤ ਵਿੱਚ ਉਂਗਰੇ ਬੀਜ ਹਨ। ਗੁਰੂ ਜੀ ਨਾਲ ਪ੍ਰੀਤ ਪੱਕੀ ਜੜ੍ਹ ਹੈ। ਸਤ ਸੰਗਤ ਨਾਲ ਜਿਹੜਾ ਮਿਲਾਪ ਕਰਨਾ ਹੈ, ਇਹ ਸਿੱਖੀ ਦੀ ਵੇਲ ਦਾ ਵਧਣਾ ਹੈ।
ਸ਼ੁਭ ਢੰਗ ਨਾਲ ਸੰਤਾਂ ਦੀ ਸੇਵਾ ਕਰਨਾ ਲਗਰਾਂ ਨਿਕਲ ਰਹੀਆਂ ਕਥਨ ਕਰਦੇ ਹਨ। ਗੁਰੂ ਜੀ ਦੇ ਗੁਣਾਂ ਨੂੰ ਧਾਰਨ ਕਰਨਾ ਹਰੇ ਪੱਤਿਆਂ ਸਮਾਨ ਹੈ, ਜਿਹੜੇ ਪ੍ਰਤੀ ਦਿਨ ਬਹੁਤ ਸੰਘਣੇ ਹੁੰਦੇ ਜਾਂਦੇ ਹਨ। ਕੀਰਤਨ ਕਰਨਾ ਜਾਂ ਕੀਰਤਨ ਸੁਣਨਾ ਇਹ ਇਸ ਵੇਲ ਨੂੰ ਪਾਣੀ ਦੇਣ ਦੇ ਬਰਾਬਰ ਹੈ। ਸ਼ਬਦ ਦਾ ਵਿਚਾਰ ਕਰਨਾ ਵੇਲ ਨੂੰ ਲੱਗੇ ਫੁੱਲਾਂ ਦਾ ਖਿੜਨਾ ਹੈ। ਕੀਰਤਨ ਕਰਨਾ ਅਤੇ ਸੁਣਨਾ ਇਹਨਾਂ ਫੁੱਲਾਂ ਦੀ ਸੁਗੰਧੀ ਹੈ। ਉਕਤ ਜੁਗਤ ਨਾਲ ਅੰਮ੍ਰਿਤ ਰਸ ਦਿਸ ਪੈਂਦਾ ਹੈ। ਵਿਸ਼ਿਆਂ ਤੋਂ ਵੈਰਾਗਮਈ ਰਹਿਣਾ ਵੱਡਾ ਖੇੜਾ ਹੈ। ਜਗਤ ਝੂਠਾ ਸਮਝਣਾ ਵੇਲ ਨੂੰ ਫਲ ਦਾ ਲੱਗਣਾ ਹੈ। ਬ੍ਰਹਮ ਆਨੰਦ ਦੇ ਰਸ ਨਾਲ ਪੂਰਾ ਹੋ ਜਾਂਦਾ ਹੈ। ਫਿਰ ਮਨੁੱਖ ਆਪਣਾ ਰੂਪ ਪਛਾਣ ਲੈਂਦਾ ਹੈ। ਇਹੀ ਸਵਾਦ ਪਾਇਆ ਮਨ ਵਿੱਚ ਜਾਣ ਲਵੋ। ਸਿੱਖੀ ਵੇਲ ਦਾ ਇਹੋ ਹੀ ਮੂਲ ਹੈ। ਇਹੀ ਸਿੱਖ ਗੁਰੂ ਨਾਲ ਪਿਆਰ ਕਰਦੇ ਹਨ। ਉਹੀ ਗੁਰਮੁਖ ਹਨ ਤੇ ਉਹੀ ਪਰਉਪਕਾਰੀ ਹਨ। ਉਹੀ ਗਿਆਨੀ ਹਨ ਤੇ ਉਹੀ ਭਗਤ ਹਨ। ਇਹ ਵਿਚਾਰ ਲਓ। ਉਹ ਜਗਤ ਵਿੱਚ ਮਹਾਨ ਸ਼੍ਰੋਮਣੀ ਹਨ। ਉਹ ਜਗ ਨੂੰ ਜਿੱਤ ਲੈਂਦੇ ਹਨ ਅਤੇ ਕਦੇ ਵੀ ਹਾਰਦੇ ਨਹੀਂ ਹਨ। ਭਾਈ ਚੂਹੜ ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਗੁਰੂ ਜੀ ਦੀ ਸ਼ਲਾਘਾ ਕਰਦਾ ਆਪਣੇ ਘਰ ਨੂੰ ਚਲਾ ਗਿਆ। ਇਸੇ ਤਰ੍ਹਾਂ ਗੁਰੂ ਜੀ ਦਾ ਇੱਕ ਬੜਾ ਆਗਿਆਕਾਰੀ ਸਿੱਖ ਸੀ, ਜਿਸ ਦਾ ਨਾਮ ਭਾਨਾ ਸੀ। ਉਹ ਪ੍ਰਸਿੱਧ ਤੀਰਥ ਪ੍ਰਯਾਗਰਾਜ ਵਿਖੇ ਰਹਿੰਦਾ ਸੀ। ਉੱਥੇ ਰਹਿੰਦਿਆਂ ਬਹੁਤ ਸਮਾਂ ਬੀਤ ਗਿਆ। ਉਹ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਚੱਲ ਪਿਆ। ਆਪਣੀ ਸਮਰੱਥਾ ਅਨੁਸਾਰ ਅੱਗੇ ਭੇਟਾ ਰੱਖ ਕੇ ਹੱਥ ਜੋੜ ਕੇ ਬੰਦਨਾ ਕੀਤੀ। ਜਦ ਗੁਰੂ ਜੀ ਨੇ ਉਸ ਨੂੰ ਸੁੱਖ ਸ਼ਾਂਤ ਪੁੱਛੀ ਤਾਂ ਉਸਨੇ ਸਤਿਗੁਰੂ ਜੀ ਦੇ ਪਾਸ ਬੇਨਤੀ ਕੀਤੀ, ਮੇਰੇ ਹਿਰਦੇ ਦੀ ਕਾਮਨਾ ਹੈ ਕਿ ਮੇਰਾ ਕਲਿਆਣ ਕਰੋ। ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਹਾਂ। ਮੈਨੂੰ ਆਪਣਾ ਉਪਦੇਸ਼ ਦਿਓ, ਜਿਸ ਨਾਲ ਜਨਮ ਮਰਨ ਦਾ ਚੱਕਰ ਖਤਮ ਹੋ ਜਾਏ। ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਕਿਹਾ, ਹੇ ਚਤੁਰਵੀਰ, ਧਰਮ ਦੀ ਕਮਾਈ ਕਰੋ। ਵਾਹਿਗੁਰੂ ਦੇ ਨਾਮ ਦਾ ਸਦਾ ਹੀ ਸਿਮਰਨ ਕਰੋ। ਉਸ ਨੂੰ ਕਿਸੇ ਵੇਲੇ ਵੀ ਨਾ ਵਿਸਾਰੋ। ਤਦ ਭਾਈ ਭਾਨੇ ਨੇ ਸੁਣ ਕੇ ਸਤ ਅਸਤ 'ਤੇ ਵਿਚਾਰ ਕੀਤੀ। ਫਿਰ ਗੁਰੂ ਜੀ ਨੂੰ ਪੁੱਛਣ ਲਈ ਬਚਨ ਉਚਾਰਨ ਕੀਤਾ। ਹੋਰ ਮਜ਼ਹਬਾਂ ਦੇ ਜਿਹੜੇ ਮਨੁੱਖ ਹਨ, ਜਦ ਉਹ ਮੇਰੇ ਪਾਸ ਆਉਂਦੇ ਹਨ ਤੇ ਮੇਰੇ ਨਾਲ ਝਗੜਾ ਕਰਕੇ ਤਰਕ ਕਰਦੇ ਹਨ ਅਤੇ ਕਹਿੰਦੇ ਹਨ, ਜਿਹੜਾ ਸਭ ਤੋਂ ਮਹਾਨ ਪੁਰਸ਼ ਹੁੰਦਾ ਹੈ, ਜੇ ਉਸ ਨੂੰ ਕੋਈ ਬਾਰ-ਬਾਰ ਬੁਲਾਵੇ ਤਾਂ ਉਹ ਖਿੱਝਦਾ ਹੈ ਤੇ ਡਰ ਪਾ ਕੇ ਝਿੜਕਦਾ ਹੈ। ਉਸ ਆਦਮੀ ਨੂੰ ਉਹ ਫਿਰ ਆਪਣੇ ਪਾਸ ਨਹੀਂ ਰੱਖਦਾ ਹੈ। ਤੁਸੀਂ ਰਾਮ-ਰਾਮ ਕਰਦੇ ਉਸ ਨੂੰ ਸਦਾ ਪੁਕਾਰਦੇ ਰਹਿੰਦੇ ਹੋ। ਉਹ ਤੁਹਾਡੇ 'ਤੇ ਰੀਝੇਗਾ ਨਹੀਂ, ਸਗੋਂ ਖਿੱਝ ਜਾਵੇਗਾ। ਇਹ ਗੱਲ ਨਿਰਧਾਰ ਕੇ ਵੇਖ ਲਵੋ, ਤੁਹਾਡੇ ਹੱਥ ਵਿੱਚ ਕਿਹੜਾ ਫਲ ਆਵੇਗਾ। ਮਹਾਫਲ ਦਾਤਾ ਸੁਆਮੀ ਸਗੋਂ ਗੁੱਸੇ ਹੋਵੇਗਾ। ਇਹ ਸੁਣ ਕੇ ਸਤਿਗੁਰੂ ਜੀ ਨੇ ਕਿਹਾ, ਇਸ ਤਰ੍ਹਾਂ ਨਾ ਸਮਝੋ, ਸ਼ਰਧਾ ਧਾਰਨ ਕਰੋ ਜਿਵੇਂ ਅਸੀਂ ਕਹਿੰਦੇ ਹਾਂ। ਜਿਵੇਂ ਕਿਸੇ ਗਰੀਬ ਨੂੰ ਵੈਰੀ ਇਕੱਠੇ ਹੋ ਕੇ ਬਹੁਤ ਦੁੱਖ ਦਿੰਦੇ ਹਨ, ਜਦ ਉਹ ਮਜ਼ਲੂਮ ਸਭ ਪਾਸਿਆਂ ਤੋਂ ਨਿਰਾਸ਼ ਹੋ ਜਾਂਦਾ ਹੈ ਤਾਂ ਆਪਣੇ ਮਾਲਕ ਰਾਜੇ ਦਾ ਨਾਂ ਲੈ ਕੇ ਚੀਖ ਪੁਕਾਰ ਕਰਦਾ ਹੈ। ਜਦ ਤੱਕ ਮਾਲਕ ਪੁਕਾਰ ਨਹੀਂ ਸੁਣਦਾ, ਉਹ ਬਾਰ-ਬਾਰ ਆਵਾਜ਼ਾਂ ਮਾਰੀ ਜਾਂਦਾ ਹੈ। ਉਸ ਦੀ ਪੁਕਾਰ ਸੁਣ ਕੇ ਦੁਸ਼ਮਣ ਦੇ ਬੰਦੇ ਪਿਛਾਂਹ ਹਟ ਜਾਂਦੇ ਹਨ ਤੇ ਫਿਰ ਉਸ ਨੂੰ ਹੋਰ ਕਸ਼ਟ ਨਹੀਂ ਦਿੰਦੇ। ਉਹ ਵੈਰੀ ਆਪਣਾ ਬਲ ਉਸ ਵੱਲੋਂ ਰੋਕ ਲੈਂਦੇ ਹਨ। ਫਿਰ ਮਾਲਕ ਦਾ ਡਰ ਸਮਝ ਕੇ ਉਸ ਦੇ ਨੇੜੇ ਨਹੀਂ ਹੋ ਸਕਦੇ। ਜਿਹੜੇ ਰਾਜੇ ਦੇ ਨੌਕਰ ਹਨ, ਜੇ ਉਹ ਵੈਰੀਆਂ ਨੂੰ ਆਪਣੇ ਬੰਦੇ ਨੂੰ ਮਾਰਦਿਆਂ ਵੇਖ ਲੈਣ ਤਾਂ ਕਿਰਪਾ ਕਰਕੇ ਉਸ ਮਜ਼ਲੂਮ ਦੇ ਸਹਾਇਕ ਬਣਦੇ ਹਨ ਤੇ ਸਾਰੇ ਵੈਰੀਆਂ ਨੂੰ ਭਜਾ ਦਿੰਦੇ ਹਨ। ਜੇ ਰਾਜਾ ਵੀ ਪੁਕਾਰ ਸੁਣ ਲੈਂਦਾ ਹੈ ਅਤੇ ਜਾਣ ਲਵੇ ਕਿ ਮੇਰਾ ਨਾਂ ਲੈ ਕੇ ਪੁਕਾਰਿਆ ਹੈ, ਤਾਂ ਉਹ ਆਪਣੀ ਕਿਰਪਾ ਕਰਕੇ ਬਿਲਕੁਲ ਨਿਰਭੈ ਕਰ ਲੈਂਦਾ ਹੈ। ਸਾਰੇ ਵੈਰੀਆਂ ਨੂੰ ਮਾਰ ਕੇ ਮਹਾ ਸੁੱਖ ਦਿੰਦਾ ਹੈ। ਉਸ ਤਰ੍ਹਾਂ ਹੀ ਕਾਮ ਕ੍ਰੋਧ ਆਦਿ ਨਿਤ ਝਗੜਾ ਕਰ ਕਰ ਮਨੁੱਖ ਨੂੰ ਲੁੱਟਦਾ ਹੈ। ਪਾਪ ਰੂਪੀ ਭੈ ਸਦਾ ਹੀ ਦਿੰਦਾ ਹੈ। ਜੇ ਜੀਵ ਦੁਖਦਾਇਕ ਵੈਰੀਆਂ ਨੂੰ ਦੇਖ ਲਵੇ ਤਾਂ ਉਸ ਨੂੰ ਉਸੇ ਸਮੇਂ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰਨਾ ਚਾਹੀਦਾ ਹੈ। ਜੇ ਉਸ ਨੂੰ ਸੰਤ ਮਿਲ ਜਾਣ ਤਾਂ ਉਹ ਉਸ ਦਾ ਉਧਾਰ ਕਰ ਦਿੰਦੇ ਹਨ। ਕਾਮ ਕ੍ਰੋਧ ਅਤੇ ਪਾਪ ਸਮੇਤ ਸਾਰੇ ਵੈਰੀਆਂ ਤੋਂ ਤੁਰੰਤ ਭੈ ਰਹਿਤ ਕਰ ਲੈਂਦੇ ਹਨ। ਪਰਮੇਸ਼ਰ ਸੁਣ ਕੇ ਕਿਰਪਾ ਕਰਦੇ ਹਨ। ਉਹ ਜਾਣਦੇ ਹਨ ਕਿ ਮੈਨੂੰ ਯਾਦ ਕਰ ਰਿਹਾ ਹੈ, ਬੜਾ ਆਤੁਰ ਹੋ ਕੇ ਮੇਰੀ ਸ਼ਰਨ ਆ ਪਿਆ ਹੈ। ਸਾਰੇ ਵੈਰੀ ਇਕੱਠੇ ਹੋ ਕੇ ਇਸ ਨੂੰ ਨਿਤ ਮਾਰਦੇ ਹਨ। ਤਦ ਪ੍ਰਭੂ ਕਿਰਪਾਲ ਆਪਣਾ ਧਰਮ ਪਛਾਣਦਾ ਹੈ ਤੇ ਸਾਰੇ ਬੰਧਨਾਂ ਦਾ ਨਾਸ਼ ਕਰਕੇ ਮੁਕਤੀ ਬਖਸ਼ਦਾ ਹੈ।
ਅਬਚਲ ਸੁਖ ਪ੍ਰਭੂ ਦਾਤ ਵਜੋਂ ਦਿੰਦੇ ਹਨ। ਇਹ ਫਲ ਤਦ ਹੀ ਮਿਲਦਾ ਹੈ ਜਦ ਨਾਮ ਦਾ ਸਿਮਰਨ ਕਰਦਾ ਹੈ। ਸਤਿਗੁਰੂ ਜੀ ਨੇ ਫਿਰ ਕਿਹਾ, ਤੇਰੇ ਨਾਲ ਜੋ ਵਿਵਾਦ ਕਰਦੇ ਹਨ, ਪ੍ਰਭੂ ਦਾ ਸਿਮਰਨ ਕਰਨ ਤੋਂ ਤੈਨੂੰ ਰੋਕਦੇ ਹਨ, ਉਹ ਨਿੰਦਕ ਤੇਰੇ ਵੱਡੇ ਦੁਸ਼ਮਣ ਹਨ। ਉਹਨਾਂ ਬਰਾਬਰ ਹੋਰ ਕੋਈ ਦੁਖਦਾਇਕ ਨਹੀਂ ਹੈ। ਉਹਨਾਂ ਦਾ ਕਦੀ ਵੀ ਸੰਗ ਨਾ ਕਰੋ। ਉਹਨਾਂ ਨਾਲ ਮਿਲਣ ਅਤੇ ਬੋਲਣ ਨਾਲ ਵੀ ਪਾਪ ਪ੍ਰਗਟ ਹੁੰਦਾ ਹੈ। ਉਹ ਤਰਕ ਕਹਿ ਕੇ ਤੈਨੂੰ ਨਿਸ਼ਚੇ ਤੋਂ ਡੇਗਦੇ ਹਨ। ਹੋਰ ਉਹ ਤੈਨੂੰ ਖੋਟੀ ਮੱਤ ਵੱਲ ਪ੍ਰੇਰਦੇ ਹਨ। ਉਹ ਵਿਸ਼ਿਆਂ ਨੂੰ ਛੱਡਦੇ ਨਹੀਂ, ਉਹਨਾਂ ਵਿੱਚ ਹੀ ਲੱਗੇ ਹੋਏ ਹਨ। ਤੁਸੀਂ ਵਿਸ਼ਿਆਂ ਦੇ ਸੰਗੀਆਂ ਨੂੰ ਛੱਡ ਦਿਓ। ਉਹਨਾਂ ਦੀ ਸੰਗਤ ਕਦੀ ਨਾ ਕਰੋ। ਉਹਨਾਂ ਨੂੰ ਛੱਡਣ ਦਾ ਸਦਾ ਹੀ ਯਤਨ ਕਰੋ। ਇਹ ਸੁਣ ਕੇ ਭਾਈ ਭਾਨੇ ਨੇ ਪੁੱਛਿਆ, ਇਹ ਕਿਸ ਤਰ੍ਹਾਂ ਹੈ? ਵਿਸ਼ਿਆਂ ਨਾਲੋਂ ਵਿਸ਼ੇਈ ਮਨੁੱਖ ਵੱਡਾ ਦੁਸ਼ਮਣ ਹੈ। ਵਿਸ਼ਿਆਂ ਦੇ ਕਾਰਨ ਜਾਣ ਪੈਂਦੇ ਹਨ, ਪਰ ਵਿਸ਼ਿਆਂ ਦਾ ਭੁਗਤਾ ਤਾਂ ਕਾਰੇ ਸਮਾਨ ਹੈ। ਇਹ ਸੁਣ ਕੇ ਸ਼੍ਰੀ ਹਰਗੋਬਿੰਦ ਜੀ ਨੇ ਕਿਹਾ, ਕਾਰਨ ਅਗਨੀ ਹੈ ਜਿਹੜੀ ਸਰੀਰ ਨੂੰ ਸਾੜ ਦਿੰਦੀ ਹੈ। ਉਸ ਅਗਨੀ ਨਾਲ ਜੋ ਲੋਹਾ ਗਰਮ ਕੀਤਾ ਜਾਵੇ ਤਾਂ ਵਿਸ਼ਾਲ ਲਾਲ ਹੋ ਕੇ ਚਮਕਦਾ ਹੈ। ਅਗਨੀ ਨਾਲ ਉਸ ਦਾ ਤੇਜ ਮਹਾਨ ਵੱਧ ਜਾਂਦਾ ਹੈ। ਉਸ ਸੇਕ ਨੂੰ ਸਹਿ ਨਹੀਂ ਸਕਦੇ ਤੇ ਉਸ ਦੇ ਨੇੜੇ ਨਹੀਂ ਜਾਂਦੇ। ਇਸ ਤਰ੍ਹਾਂ ਵਿਸ਼ਈ ਵਿਸ਼ਿਆਂ ਨਾਲ ਹੋ ਜਾਂਦਾ ਹੈ। ਮਾਨ ਬੰਨ੍ਹ ਕੇ ਕਿਸੇ ਤਰ੍ਹਾਂ ਵੀ ਮੁਕਤ ਨਹੀਂ ਹੋ ਸਕਦਾ। ਉਹਨਾਂ ਦੀ ਸੰਗਤ ਮਨੁੱਖ ਨੂੰ ਡੇਗ ਦਿੰਦੀ ਹੈ। ਸ਼ੁਭ ਪਦਵੀ ਨੂੰ ਕਦੇ ਵੀ ਪਾ ਨਹੀਂ ਸਕਦਾ। ਜਿਵੇਂ ਜਿਸ ਦਰਖਤ ਨੂੰ ਬਹੁਤ ਫਲ ਲੱਗਦਾ ਹੈ, ਕਈ ਫਲ ਹਵਾ ਲੱਗਣ ਨਾਲ ਟਹਿਣੀਆਂ ਨੂੰ ਛੱਡ ਕੇ ਜ਼ਮੀਨ 'ਤੇ ਡਿੱਗ ਪੈਂਦੇ ਹਨ। ਉਹ ਕੱਚਾ ਫਲ ਫਿਰ ਗੰਦਾ ਹੋ ਜਾਂਦਾ ਹੈ, ਭਾਵ ਗਲ ਜਾਂਦਾ ਹੈ, ਪਰ ਪੱਕਦਾ ਨਹੀਂ ਹੈ। ਕੱਚਾ ਡਿੱਗਣ ਕਾਰਨ ਉਸ ਵਿੱਚ ਰਸ ਨਹੀਂ ਪੈਂਦਾ ਹੈ। ਜਿਨ੍ਹਾਂ ਫਲਾਂ ਨੂੰ ਹਵਾ ਆਦਿ ਨੇ ਵਿਘਨ ਨਹੀਂ ਪਾਇਆ ਹੈ, ਉਹ ਸਾਖ ਦੇ ਨਾਲ ਪੱਕੇ ਤੌਰ 'ਤੇ ਲੱਗੇ ਰਹਿੰਦੇ ਹਨ। ਉਹ ਦਰਖਤ ਦੇ ਉੱਤੇ ਹੀ ਰਸ ਪ੍ਰਾਪਤ ਕਰ ਲੈਂਦੇ ਹਨ ਅਤੇ ਪੱਕ ਕੇ ਅਰਧ ਮਿੱਠੇ ਹੋ ਜਾਂਦੇ ਹਨ। ਗੁਰਬਾਣੀ ਦੀ ਟਹਿਣੀ ਇਸ ਤਰ੍ਹਾਂ ਲੱਗਦੀ, ਜਿਹੜਾ ਨਿੰਦਕ ਸੁਣ ਕੇ ਤਰਕ ਕਰੇ, ਉਸ ਨੂੰ ਇਹ ਛੱਡ ਦਿੰਦੀ ਹੈ। ਉਹ ਵਿਅਕਤੀ ਪਰਮੇਸ਼ਰ ਰਸ ਨੂੰ ਨਹੀਂ ਪਾ ਸਕਦਾ। ਜਨਮ ਮਰਨ ਦੁੱਖ ਦਾ ਘਰ ਇਹ ਗੰਦੇ ਹੋਣਾ ਹੈ। ਜਿਹੜੇ ਪ੍ਰਭੂ ਦੇ ਸਿਮਰਨ ਵਿੱਚ ਟਹਿਣੀ ਦੇ ਫਲ ਵਾਂਗ ਲੱਗੇ ਰਹਿੰਦੇ ਹਨ, ਗਿਆਨ ਰਸ ਪ੍ਰਾਪਤ ਕਰਦੇ ਹਨ, ਫਲ ਦੇ ਮਿੱਠੇ ਹੋਣ ਵਾਂਗ ਮੁਕਤ ਹੋ ਕੇ ਬੰਧਨਾਂ ਦਾ ਨਾਸ਼ ਹੋ ਜਾਂਦਾ ਹੈ। ਹੇ ਭਾਨਾ, ਇਸ ਤਰ੍ਹਾਂ ਤਰਕ ਸੁਣ ਕੇ ਪਰਮੇਸ਼ਰ ਨਾਲ ਕੋਈ ਫਰਕ ਨਾ ਰੱਖੋ। ਸੁੱਖ ਦੇਣ ਵਾਲੇ ਸਤਿਨਾਮ ਦਾ ਕਦੀ ਵੀ ਤਿਆਗ ਨਾ ਕਰੋ, ਜੇ ਤੁਹਾਡੀ ਆਨੰਦ ਲੈਣ ਦੀ ਅਭਿਲਾਸ਼ਾ ਹੈ। ਇਹ ਸੁਣ ਕੇ ਭਾਈ ਭਾਨਾ ਨੇ ਗੁਰੂ ਜੀ ਦੇ ਬਚਨ ਮੰਨ ਲਏ ਅਤੇ ਕਿਹਾ, ਐਸੇ ਗੁਣਾਂ ਦੀ ਖਾਨ ਸੱਚੀ ਗੁਰਬਾਣੀ ਹੈ। ਦ੍ਰਿੜ ਸ਼ਰਧਾ ਧਾਰ ਕੇ ਉਸਨੇ ਸਿਮਰਨ ਕੀਤਾ। ਭਵਜਲ ਤਰ ਕੇ ਉਹ ਸਿੱਖ ਪਾਰ ਹੋ ਗਿਆ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।